ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੇਜ਼ਬਾਨ ਵਰੁਣ ਕੌਰ ਮਾਨ, ਪ੍ਰੋਗਰਾਮ ਖਬਰ ਜੰਕਸ਼ਨ। ਨਰਿੰਦਰ ਸਿੰਘ ਸੱਤੀ ਜੀ ਪਹੁੰਚੇ ਨੇ ਸਟੂਡੀਓ। ਕਰਦੇ ਹਾਂ ਫਿਰ ਗੱਲਬਾਤ ਸ਼ੁਰੂ। ਬਹੁਤ ਸਵਾਗਤ ਜੀ ਆਇਆਂ ਨੂੰ। ਧੰਨਵਾਦ ਜੀ। ਖਬਰ ਸਭ ਤੋਂ ਵੱਡੀ ਜਿਹੜੀ ਪੱਖੀ ਹੋਈ ਹੈ ਕਾਂਗਰਸ ਦੀ ਹੈ ਜੀ। ਘਮਾਸਾਨ ਜਿਹੜਾ ਹੈ ਰੁਕਣ ਦਾ ਨਾਮ ਨਹੀਂ ਲੈ ਰਿਹਾ। 3 ਮੈਂਬਰੀ ਕਮੇਟੀ ਵੀ ਬਣ ਚੁੱਕੀ ਹੈ, ਪੇਸ਼ ਵੀ ਹੋ ਚੁੱਕੇ ਨੇ। ਕਰੰਟ ਸਿਚੁਏਸ਼ਨ ਨੂੰ ਤੁਸੀਂ ਕਿੱਥੇ ਦੇਖਦੇ ਹੋ ਕਾਂਗਰਸ ਦੀ ਨੂੰ? ਹਾਂ, ਜਿਵੇਂ ਆਮ ਹੀ ਇੱਕ ਟਰਮ ਅੱਜ ਕੱਲ੍ਹ ਵਰਤੀ ਜਾ ਰਹੀ ਹੈ ਵੀ ਕਾਂਗਰਸ ਦਾ ਘਾਟੋ ਕਲੇਸ਼। ਕਾਂਗਰਸ ਦਾ ਘਾਟੋ ਕਲੇਸ਼ ਹਾਲੇ ਜਾਰੀ ਹੈ। ਕੱਲ੍ਹ ਰਵਨੀਤ ਬਿੱਟੂ ਹੋਰੀ ਤੇ 2 ਹੋਰ ਜਿਹੜੇ ਲੀਡਰ ਨੇ ਉਹ ਕੈਪਟਨ ਸਾਹਿਬ ਨੂੰ ਮਿਲੇ, ਉਹਦੀ ਵੀ ਚਰਚਾ ਚੱਲ ਰਹੀ ਆ। ਸੁਖਪਾਲ ਖਹਿਰਾ ਹੋਰੀ ਕਾਂਗਰਸ ਪਿਛਲੇ ਦਿਨੀ ਸ਼ਾਮਲ ਹੋਏ ਆ। ਉਹ ਵੀ ਆਪਣੇ ਬਿਆਨ ਰੋਜ਼ ਦੇ ਰਹੇ ਆ ਔਰ ਉਹ ਕਹਿੰਦੇ ਆ ਵੀ ਛੇਤੀ ਜਿਹੜਾ ਘਾਟੋ ਕਲੇਸ਼ ਹੈ ਉਹ ਖਤਮ ਹੋ ਜਾਏਗਾ। ਦੇਖੋ, ਖੜਗੇ ਕਮੇਟੀ ਜਿਹੜੀ ਆ 3 ਮੈਂਬਰੀ ਕਮੇਟੀ, ਅਗਰਵਾਲ ਖੜਗੇ ਤੇ ਹੋਰ ਮੈਂਬਰ ਨੇ, ਉਹਨਾਂ ਨੇ ਬਾਗੀ ਵਿਧਾਇਕਾਂ ਦੀਆਂ, ਹੋਰ ਕਾਂਗਰਸ ਆਗੂਆਂ ਦੀਆਂ, ਬਾਗੀ ਜਿਹੜੇ MPs ਨੇ ਜਾਂ ਬਾਗੀ ਮੰਤਰੀ ਨੇ, ਉਹਨਾਂ ਦੀ ਗੱਲਬਾਤ ਸੁਣੀ ਕੱਲੇ ਨੂੰ ਸੱਦ ਕੇ, ਜਿਨ੍ਹਾਂ 'ਚ ਮੋਟੇ ਤੌਰ 'ਤੇ ਆਪਾਂ ਨਵਜੋਤ ਸਿੱਧੂ ਹੋਰਾਂ ਦੀ ਗੱਲ ਕਰ ਸਕਦੇ ਹਾਂ, ਪ੍ਰਗਟ ਸਿੰਘ ਹੋਰੀ, ਗੁਰਚਰਨ ਚੰਨੀ ਵਰਗੇ ਜਿਹੜੇ ਆਗੂ ਨੇ। ਅਜੇ ਸਥਿਤੀ ਸਪਸ਼ਟ ਨਹੀਂ ਹੋਈ ਕਿਉਂਕਿ ਖੜਗੇ ਕਮੇਟੀ ਨੇ ਆਪਣੀ ਰਿਪੋਰਟ ਜਿਹੜੀ ਆ ਉਹ ਹਾਈ ਕਮਾਨ ਨੂੰ ਅਜੇ ਸੌਂਪਣੀ ਆ। ਹਾਈ ਕਮਾਨ ਕੌਣ ਆ? ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਹੋ ਗਏ ਜੀ, ਠੀਕ ਹੈ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ, ਇਹੀ ਹਾਈ ਕਮਾਂਡ ਆ ਜਾਂ ਜਿਹੜੀ ਵੀ ਉਹਨਾਂ ਦੀ ਹਾਈ ਪਾਵਰ ਕਮੇਟੀ ਆ ਉਹ ਇੱਥੇ ਵਿਚਾਰ ਕਰੇਗੀ ਜੀ। ਹਾਲ ਦੀ ਘੜੀ ਮੈਨੂੰ ਕਾਂਗਰਸ ਦਾ ਇਹ ਜਿਹੜੀ ਅੰਦਰੂਨੀ ਖਿੱਚੋਤਾਣ ਆ ਇਹ ਖਤਮ ਹੁੰਦੀ ਨਹੀਂ ਲੱਗਦੀ ਕਿਉਂਕਿ ਲੋਕ ਜਿਹੜੇ ਆ ਉਹਨਾਂ ਨੇ ਆਮ ਤੌਰ ਤੇ 25 ਸਾਲੀ ਕਾਰਗੁਜ਼ਾਰੀ ਵੀ ਪੁੱਛਦੇ ਆ ਜਦੋਂ ਦੁਬਾਰਾ ਲੈਣ ਜਾਂਦੇ ਆ ਲੋਕਾਂ ਕੋਲੋਂ ਵੀ ਭਾਈ ਤੁਸੀਂ ਕੀਤਾ ਕੀ ਆ। ਤੇ ਐਸ ਸੱਚ ਮੈਨੂੰ ਕਾਂਗਰਸ ਦੀ ਜਿਹੜੀ ਕਾਰਗੁਜ਼ਾਰੀ ਆ ਉਹ ਬਹੁਤੀ ਤਸੱਲੀ ਬਖਸ਼ ਨਹੀਂ ਲੱਗੀ। ਜਾਤੀ ਤੌਰ ਤੇ ਜੇ ਮੈਂ ਕਹਾਂ ਤਾਂ ਦੇਖੋ, ਜਿਹੜੇ ਮੁੱਦੇ ਸੀ, ਬੇਰੁਜ਼ਗਾਰੀ, ਨਸ਼ਿਆਂ ਦਾ ਮੁੱਦਾ ਲੈ ਲਓ, ਚਾਹੇ ਉਹ ਮਾਈਨਿੰਗ ਦਾ ਮੁੱਦਾ ਸੀਗਾ, ਚਾਹੇ ਉਹ ਕੇਬਲ TV ਦਾ ਮੁੱਦਾ ਸੀ, ਚਾਹੇ ਉਹ ਟਰਾਂਸਪੋਰਟ ਮਾਫੀਆ ਦਾ ਮੁੱਦਾ ਸੀਗਾ ਜਿਹੜਾ ਨਜਾਇਜ਼ ਪਲਾਇਨ ਹੋ ਰਿਹਾ ਇੱਥੇ ਗੱਡੀਆਂ ਦਾ, ਚਾਹੇ ਉਹ ਜਿਹੜੇ ਭਾੜੇ ਦੇ ਟਰੱਕ ਹੋਣ ਤੇ ਚਾਹੇ ਜਿਹੜੀਆਂ ਬੱਸਿਸ ਹੋਣ, ਹੈ ਨਾ ਜੀ। ਬੱਸਾਂ ਵੀ ਜਿਨ੍ਹਾਂ ਲੋਕਾਂ ਦੀਆਂ ਪਹਿਲਾਂ ਚੱਲਦੀਆਂ ਸੀ ਉਹਨਾਂ ਦੀ ਨਫਰੀ ਵਧੀ ਆ, ਬਾਕੀ ਲੋਕਾਂ ਨੂੰ ਕੋਈ ਫਾਇਦਾ ਹੀ ਨਹੀਂ ਹੋਇਆ। ਠੀਕ ਹੈ, 1 ਸਾਲ ਤਾਂ ਹੁਣ ਖੜੀਆਂ ਹੀ ਰਹੀਆਂ ਬੱਸਾਂ। ਉਸ ਪਿੱਛੋਂ ਜਿਹੜਾ ਸਭ ਤੋਂ ਵੱਡੇ ਮਸਲੇ ਸੀਗੇ ਨਸ਼ੇ ਜੀ ਤੇ ਜਿਹੜਾ ਬਰਗਾੜੀ ਕਾਂਡ, ਕੋਟਕਪੂਰਾ ਗੋਲੀ ਕਾਂਡ ਜੀ, ਦੋਹਾਂ ਤੇ ਪੰਜਾਬ ਸਰਕਾਰ ਜਿਹੜਾ ਆ ਉਹਨਾਂ ਨੂੰ ਨਜਿੱਠਣ 'ਚ ਜਿਹੜੀ ਆ ਉਹ ਖਰੀ ਉਤਰੀ ਨਹੀਂ ਦਿਸਦੀ ਹੈਗੀ। ਦੇਖੋ, ਬਰਗਾੜੀ ਕਾਂਡ ਦੇ ਵਿੱਚ ਲੋਕਾਂ ਦੇ ਧਰਨੇ ਚੱਲਿਆ, ਕਿੰਨਾ ਲੰਮਾ ਸਮਾਂ ਧਰਨਾ ਚੱਲਿਆ। ਧਿਆਨ ਸਿੰਘ ਮੰਡ ਹੋਰੀ ਕਹਿੰਦੇ ਪਿਛਲੇ ਦਿਨੀ ਬਿਆਨ ਦਿੱਤਾ ਸੀਗਾ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਤਵਾਜੀ ਜਥੇਦਾਰ ਨੇ ਜੀ, ਭਈ ਉਹ ਅਖੀਰ ਤੇ ਜਾ ਕੇ ਤਾਰ ਪੀੜੋ ਹੋਇਆ ਤੇ ਧਰਨਾ ਤਾਂ ਚੁੱਕਿਆ ਗਿਆ ਤੇ ਕੁਛ ਧਿਰਾਂ ਜਿਹੜੀਆਂ ਅੰਦਰ ਖਾਤੇ ਰਲ ਗਈਆਂ ਸੀ ਸਰਕਾਰ ਦੇ ਨਾਲ। ਹੁਣ ਉਹਨਾਂ ਨੇ ਫੇਰ ਕਿਹਾ ਭਈ ਜੇ ਮਹੀਨੇ ਦਾ ਅਲਟੀਮੇਟਮ ਦਿੱਤਾ ਸੀਗਾ ਜੀ ਖਾੜਕੂ ਸਿੱਖਾਂ ਨੇ ਜਾਂ ਗਰਮ ਖਿਆਲੀਆਂ ਨੇ ਕਹਿ ਲਓ, ਤੇ ਜੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲੀਆਂ ਗਏ, ਫੜ ਕੇ ਅੰਦਰ ਨਾ ਡੱਕੇ, ਤਾਂ ਅਸੀਂ ਫੇਰ ਸ਼ਾਂਤਮਈ ਅੰਦੋਲਨ ਫਿਰ ਸ਼ੁਰੂ ਕਰਾਂਗੇ, ਭਾਵ ਉੱਤੇ ਧਰਨੇ ਮੁਜ਼ਾਹਰੇ ਹੋਣਗੇ ਜੀ। ਦੂਸਰਾ ਮੁੱਦਾ ਸੀਗਾ ਜਿਹੜਾ ਆਪਾਂ ਕਹਿ ਲਈਏ ਨਸ਼ਿਆਂ ਦਾ। ਕੈਪਟਨ ਸਾਹਿਬ ਆਪਣੀ ਗੱਲ ਤੋਂ ਮੁੱਕਰ ਗਏ ਵੀ ਮੈਂ ਇੱਦਾਂ ਨਹੀਂ ਸੀ ਕਿਹਾ, ਜਦ ਕਿ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਧੀ ਸੀ ਭਈ ਭਾਈ ਮਹੀਨੇ ਦੇ ਵਿੱਚ ਜਿਹੜਾ ਨਸ਼ਿਆਂ ਦਾ ਮਸਲਾ ਜਿਹੜਾ ਆਪਾਂ ਹੱਲ ਕਰ ਲਵਾਂਗੇ। ਬਿਨਾਂ ਸ਼ੱਕ ਇੱਕ ਹਾਈ ਪਾਵਰ ਟੀਮ ਬਣੀ ਪੁਲਿਸ ਦੀ, ਬੜੇ ਇਮਾਨਦਾਰ ਅਫਸਰ ਲਾਏ ਗਏ, ਪਰ ਕਿਸੇ ਪਾਸੇ ਗੱਲ ਲੱਗੀ ਨਹੀਂ ਸੀ। ਫੜ ਕੇ ਉਹ ਲੋਕ ਅੰਦਰ ਦਿੱਤੇ ਗਏ ਜਿਹੜੇ ਨਸ਼ੇੜੀ ਸੀ। ਜਿਹੜੀਆਂ ਵੱਡੀਆਂ ਮੱਛੀਆਂ ਉਹ ਅੱਜ ਵੀ ਉਸੇ ਤਰ੍ਹਾਂ ਤੁਰੀਆਂ ਫਿਰਦੀਆਂ। ਠੀਕ ਹੈ, ਤਾਂ ਰਹੀ ਗੱਲ ਅੰਦਰੂਨੀ ਖਿੱਚੋਤਾਣ ਦੀ, ਪ੍ਰਗਟ ਸਿੰਘ ਹੋਰੀ ਕਿਹਾ ਆਪਣੇ ਜਿਹੜੇ ਖਦਸ਼ੇ ਜ਼ਾਹਰ ਕੀਤੇ ਜਿਹੜੀ ਹਾਈ ਪਾਵਰ ਕਮੇਟੀ ਆ ਜਿਹਦੇ ਮੂਹਰੇ ਹੁਣ ਪੇਸ਼ ਹੋ ਕੇ ਆਏ ਆ, ਵੀ ਪੰਜਾਬ ਵਿੱਚ ਇਹ ਆਮ ਪ੍ਰਭਾਵ ਆ ਵੀ ਬਾਦਲ ਤੇ ਕੈਪਟਨ ਸਾਹਿਬ ਰਲੇ ਹੋਏ ਆ। ਬਿਲਕੁਲ, ਇਹ ਆਮ ਜਨਤਾ ਕਹਿ ਰਹੀ ਆ ਵੀ ਇਹ ਉੱਤਰ ਕਾਟੋ ਮੈਂ ਚੜ੍ਹਨ ਵਾਲਾ ਖੇਡ ਹੈ। ਅੱਜ 5 ਸਾਲ ਇੱਕ ਜਣਾ ਰਾਜ ਭਾਗ ਭੋਗ ਲੈਂਦਾ, ਅਗਲੀ ਵਾਰੀ ਦੂਸਰਿਆਂ ਦੀ ਵਾਰੀ, ਉੱਠ ਕੁੜੇ ਤੋਂ ਮੈਂ ਬਹਿਨੀ ਆ। ਹਾਂ, ਤੇ ਅੱਜ ਕੱਲ ਤੁਸੀਂ ਦੇਖੋ ਵੀ
ਅੱਜ ਹੀ ਸੁਖਬੀਰ ਬਾਦਲ ਹੋਰੀ ਬਿਆਨ ਦਿੱਤਾ ਹੈਗਾ ਵੀ ਭਾਈ ਹੁਣ ਬਹੁਤ ਹੋ ਗਿਆ, ਹੁਣ ਤੁਹਾਡੀ ਘਰਾਂ ਨੂੰ ਜਾਣ ਦੀ ਵਾਰੀ ਆ, ਠੀਕ ਹੈ। ਸੋ ਇੰਨਾ ਸ਼ੋਰ ਕਿਵੇਂ ਹੋ ਸਕਦੇ ਆ? ਅਕਾਲੀਆਂ ਨੂੰ ਵੀ ਤਾਂ ਲੋਕਾਂ ਨੇ ਭਜਾਇਆ ਹੀ ਆ, ਕਿਸਾਨ ਅੰਦੋਲਨ ਦੇ ਵਿੱਚ ਨੇੜੇ ਨਹੀਂ ਲੱਗਣ ਦਿੱਤੀ ਕੋਈ ਸਿਆਸੀ ਪਾਰਟੀ, ਬਿਲਕੁਲ ਠੀਕ ਹੈ ਨਾ। ਭਾਜਪਾ ਬਿਲਕੁਲ ਹੀ ਹਾਸ਼ੀਏ ਤੇ ਧੱਕ ਦਿੱਤੀ ਆ ਲੋਕਾਂ ਨੇ। ਆਪ ਵਾਲੇ ਥੋੜਾ ਬਹੁਤ ਸਰਗਰਮ ਆ, ਉਹ ਤਾਂ ਪਈ ਥੋੜੀ ਬਹੁਤ ਹਮਾਇਤ ਕੀਤੀ ਆ ਕਿਸਾਨ ਅੰਦੋਲਨ ਦੀ। ਕਾਂਗਰਸ ਦੇ ਵੀ ਥੋੜਾ ਜਿਹਾ ਪੈਰ ਜੇ ਆਪਾਂ ਕਹੀਏ ਵੀ ਲੱਗੇ ਹੋਏ ਆ ਅਜੇ ਤੱਕ, ਤਾਂ ਉਹ ਇਸੇ ਕਰਕੇ ਆ ਵੀ ਕਿਸਾਨ ਅੰਦੋਲਨ ਦੀ ਉਹਨਾਂ ਨੂੰ ਮਜਬੂਰੀ 'ਚ ਹੀ ਸਹੀ ਹਮਾਇਤ ਕਰਨੀ ਪੈ ਰਹੀ ਹੈ। ਤੁਸੀਂ ਆਪ ਦੀ ਗੱਲ ਕੀਤੀ ਹੈ, ਆਪ ਦਾ ਅੰਦਰੂਨੀ ਕਲੇਸ਼ ਕਦੀ ਨਾ ਕਦੀ ਸਾਹਮਣੇ ਆ ਜਾਂਦਾ। ਦੇਖੋ, ਆਪ ਤੋਂ ਲੋਕਾਂ ਨੂੰ ਬਹੁਤ ਆਸਾਂ ਸੀਗੀਆਂ, ਖਾਸ ਕਰਕੇ ਆਪਣੇ NRIs ਵੀਰਾਂ ਨੂੰ ਜੀ, ਭਈ ਉਹਨਾਂ ਨੂੰ ਲੱਗਦਾ ਸੀ ਪੰਜਾਬ ਦੇ ਵਿੱਚ ਇੱਕ ਬਦਲ ਹੈਗਾ। ਤੇ ਪਹਿਲੀ ਗੱਲ ਤਾਂ ਇਹ ਆ ਵੀ ਕਾਂਗਰਸ ਤੇ ਅਕਾਲੀ ਦਲ ਨੇ ਆਪ ਨੂੰ ਹਰਾਉਣ ਲਈ ਪੂਰਾ ਤਾਣ ਲਾਇਆ ਪਿਛਲੀਆਂ ਚੋਣਾਂ ਦੇ ਵਿੱਚ ਜੀ, ਵੀ ਅਸੀਂ ਜਿੱਤੀਏ ਚਾਹੇ ਹਾਰੀਏ, ਆਪ ਘੱਟੋ ਘੱਟ ਨਹੀਂ ਹੋਣੀ ਚਾਹੀਦੀ, ਕਿਉਂਕਿ ਲੋਕਾਂ ਨੂੰ ਇੱਕ ਨਵਾਂ ਮਾਡਲ ਮਿਲਣਾ ਸੀ, ਇੱਕ ਨਵੇਂ ਲੋਕ ਜਿਹੜੇ ਆ ਉਹ ਰਾਜ ਸੱਤਾ ਤੇ ਕਾਬਜ਼ ਹੋਣੇ ਸੀ। ਔਰ ਦਿੱਲੀ ਦੀ ਤਰਜ਼ ਤੇ ਲੋਕਾਂ ਨੂੰ ਆਸ ਸੀ ਵੀ ਪੰਜਾਬ ਵਿੱਚ ਵੀ ਸ਼ਾਇਦ ਵਿੱਦਿਆ, ਰੋਜ਼ਗਾਰ, ਬੇਰੁਜ਼ਗਾਰੀ ਜਾਂ ਹੋਰ ਜਿਹੜੇ ਮੁੱਦੇ ਨੇ, ਖੇਤੀਬਾੜੀ ਸੰਕਟ ਆ, ਪਾਣੀ ਦਾ ਸੰਕਟ ਆ, ਵਾਤਾਵਰਨ ਦਾ ਸੰਕਟ ਆ, ਤੇ ਉਹ ਹੱਲ ਹੁੰਦੇ ਲੋਕਾਂ ਨੂੰ ਦਿਸਦੇ ਸੀਗੇ। ਕਰਪਸ਼ਨ ਸਭ ਤੋਂ ਵੱਡਾ ਮੁੱਦਾ ਸੀ, ਪਈ ਕਰਪਸ਼ਨ ਜਿਹੜੀ ਆ ਸ਼ਾਇਦ ਭ੍ਰਿਸ਼ਟਾਚਾਰ ਨੂੰ ਠੱਲ ਪੈ ਜੂਗੀ, ਪਰ ਉਹ ਇਹਨਾਂ ਦੋਹਾਂ ਪਾਰਟੀਆਂ ਨੇ ਉਹਨਾਂ ਨੂੰ ਜਿੱਤਣ ਤੇ ਪੂਰਾ ਜਾਣੀ ਕਿ ਤਾਣ ਲਾਇਆ ਵੀ ਉਹ ਨਾ ਜਿੱਤਣ, ਹਨਾ। ਸੋ ਉਹਨਾਂ ਦੀ ਹਾਰ ਦਾ ਕਾਰਨ ਵੱਡੇ ਤੌਰ ਤੇ ਤਾਂ ਇਹੀ ਬਣਿਆ। ਦੂਸਰਾ ਮੈਂ ਸਮਝਦਾ ਵੀ ਆਪ ਦਾ ਜਿਹੜਾ ਸਭ ਤੋਂ ਵੱਡਾ ਡਰਾਬੈਕ ਆ ਨਾ, ਉਹ ਇਹ ਆ ਵੀ ਲੀਡਰ ਆਇਆ, ਵਰਤਿਆ ਤੇ ਪਾਸੇ ਕੀਤਾ। ਸੁਖਪਾਲ ਖਹਿਰਾ ਹੋਰੀ ਉਹਨਾਂ ਚੋਂ ਇੱਕ ਨੇ, ਠੀਕ ਆ। ਅੰਤ ਹੁਣ ਉਹ ਜਿਵੇਂ ਕਿਵੇਂ ਵੀ ਆ ਕਾਂਗਰਸ ਵਿੱਚ ਗਏ ਜੀ। ਭਗਵੰਤ ਮਾਨ ਦਾ ਵੀ ਕੋਈ ਪਤਾ ਨਹੀਂ ਵੀ ਕੱਲ ਨੂੰ ਉਹਦੇ ਨਾਲ ਕੀ ਹੋਵੇ। ਸੁੱਚਾ ਸਿੰਘ ਜਿਹੜੇ ਛੋਟੇਪੁਰ ਨੇ, ਉਹ ਸੀਨੀਅਰ ਆਗੂ ਸੀਗੇ, ਠੀਕ ਆ। ਉਹਨਾਂ ਦੇ ਤਜਰਬੇ ਤੋਂ ਨਹੀਂ ਕੁਛ ਸਿੱਖਿਆ, ਉਹਨਾਂ ਨੂੰ ਕੱਢ ਕੇ ਬਾਹਰ ਮਾਰਿਆ, ਠੀਕ ਹੈ। ਧਰਮਵੀਰ ਗਾਂਧੀ ਮੰਨਿਆ ਪ੍ਰਮੰਨਿਆ ਥਿੰਕਰ ਹੈਗਾ, ਲੈਫਟਿਸਟ ਆ, ਡਾਕਟਰ ਆ, ਹਾਰਟ ਸਪੈਸ਼ਲਿਸਟ ਆ ਜੀ, ਉਹਨੂੰ ਪਾਸੇ ਕਰਕੇ ਮਾਰਿਆ। ਇਸ ਤਰ੍ਹਾਂ ਕਿੰਨੇ ਲੋਕ ਆਏ ਆਪ ਦੇ ਵਿੱਚ ਸੀਨੀਅਰ, ਉਹਨਾਂ ਨੂੰ ਜਿਹੜਾ ਆ ਸਾਲ 2 ਸਾਲ ਕੰਮ ਕੀਤਾ ਤੇ ਮੁੜ ਕੇ ਤੂੰ ਕੌਣ ਮੈਂ ਕੌਣ। ਸੋ ਦੂਸਰਾ, ਹਰ ਜ਼ਿਲ੍ਹੇ 'ਚ, ਹਰ ਬਲਾਕ ਦੇ ਵਿੱਚ ਲੀਡਰ ਦੇ ਖਿਲਾਫ ਲੀਡਰ ਖੜਾ ਕਰ ਦਿੰਦੇ ਆ ਜੀ, ਠੀਕ ਹੈ। ਮਸਲਨ ਭਈ ਇੱਕ ਲੀਡਰ ਜਿਹੜਾ ਆ, ਮੈਂ ਪਹਿਲਾਂ ਵੀ ਕਿਤੇ ਪ੍ਰੋਗਰਾਮ 'ਚ ਕਿਹਾ ਸੀ ਵੀ 10 ਬੱਸਾਂ ਕਿਸੇ ਪ੍ਰੋਗਰਾਮ 'ਚ ਭੇਜਦਾ, ਦੂਜਾ ਕੋਈ ਕੱਲ ਨੂੰ 20 ਭੇਜਣ ਵਾਲਾ ਆ ਗਿਆ ਤਾਂ 20 ਵਾਲੇ ਨੂੰ ਅੱਗੇ ਲੈ ਆਉਣਾ। ਜਲੰਧਰ ਦੇ ਵਿੱਚ ਇੰਨਾ ਕੁਛ ਹੋ ਕੇ ਹਟਿਆ ਜੀ, ਠੀਕ ਆ। ਆਪ ਜਿਹੜੇ ਲੋਕ ਕੰਮ ਕਰਨ ਵਾਲੇ ਆ ਉਹ ਅਣਡੱਠ ਕਰ ਦਿੱਤੇ ਗਏ, ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੀ ਉਹਨਾਂ ਨੂੰ ਅੱਗੇ ਲੈਣ ਕੇ ਅਹੁਦੇਦਾਰ ਬਣਾਤਾ ਗਿਆ। ਸੋ ਇਸ ਕਰਕੇ ਆਪ ਪਹਿਲਾਂ ਲੋਕਾਂ ਨੂੰ ਥੋੜੀ ਝਾਕ ਤਾਂ ਅੱਜ ਵੀ ਆ, ਪਰ ਆਪ ਨੂੰ ਵੀ ਇਹ ਥੋੜਾ ਆਪਣਾ ਜਿਹੜਾ ਢਾਂਚਾ ਆ ਉਹਦੇ 'ਚ ਉਹਨੂੰ ਨਵਿਆਉਣ ਦੀ ਲੋੜ ਆ, ਉਹਦੇ 'ਚ ਸੁਧਾਰਾਂ ਦੀ ਲੋੜ ਆ। ਆਸ ਸਾਨੂੰ ਵੀ ਹੈ ਕਿ ਇੱਕ ਨਾ ਇੱਕ ਦਿਨ ਖੇਤੀ ਕਾਨੂੰਨ ਆ ਜਿਹੜੇ ਰੱਦ ਹੋਣਗੇ ਜੀ। ਨਰਿੰਦਰ ਸਿੰਘ ਤੋਮਰ ਹੋਣਾ ਦਾ ਫਿਰ ਤੋਂ ਬਿਆਨ ਆਉਂਦਾ ਹੈ ਕਿ ਜਿਹੜੀ ਸਰਕਾਰ ਹੈ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੈ, ਮਸਲੇ ਸੁਣਨ ਦੇ ਲਈ ਤਿਆਰ ਹੈ, ਪਰ ਸ਼ਰਤ ਹੈ ਕਿ ਖੇਤੀ ਕਾਨੂੰਨ ਆ ਜਿਹੜੇ ਰੱਦ ਨਹੀਂ ਹੋਣੇ। ਫਿਰ ਉਸ ਗੱਲਬਾਤ ਦਾ ਕੀ ਫਾਇਦਾ ਹੋਣਾ? ਬਰਨ ਜੀ, ਗੱਲ ਤਾਂ ਇਹੀ ਆ ਨਾ ਵੀ ਇੱਕ ਬੰਨੇ ਤਾਂ ਖੇਤੀ ਕਾਨੂੰਨ ਰੱਦ ਨਹੀਂ ਹੋਣੇ, ਫਿਰ ਗੱਲਬਾਤ ਕਾਹਦੇ ਲਈ ਹੋਣੀ ਆ? ਪਹਿਲਾਂ ਕਿੰਨੇ ਗੇੜ ਦੀ ਗੱਲਬਾਤ ਹੋ ਚੁੱਕੀ ਆ, ਕਿੰਨਾ ਕੁਝ ਹੋ ਚੁੱਕਾ ਦਿੱਲੀ ਦੇ ਵਿੱਚ। ਹੁਣ ਤਾਂ ਚਲੋ ਡੈਡਲੌਕ ਚੱਲ ਰਿਹਾ ਨਾ, ਬਲਕਿ ਕਿਸਾਨ ਯੂਨੀਅਨਾਂ ਨੇ ਪਿੱਛੇ ਚਿੱਠੀ ਲਿਖੀ ਆ ਵੀ ਗੱਲਬਾਤ ਕੀਤੀ ਜਾਵੇ। ਪਰ ਜੇ ਕਾਨੂੰਨ ਰੱਦ ਨਹੀਂ ਹੋਣੇ, ਕਿਸਾਨਾਂ ਦੀ ਤਾਂ ਪਹਿਲੀ ਮੰਗ ਹੀ ਇਹ ਆ ਕਿ ਕਾਨੂੰਨ ਰੱਦ ਹੋਣ, ਹਰ ਫਸਲ ਤੇ ਮਿਨੀਮਮ ਸਪੋਰਟ ਪ੍ਰਾਈਸ ਮਿਲੇ, MSP ਮਿਲੇ, ਠੀਕ ਹੈ। ਔਰ ਜਿੱਥੋਂ ਗੱਲ ਸ਼ੁਰੂ ਹੋਈ ਇਹਦਾ ਮਤਲਬ ਫਿਰ ਗੱਲ ਤਾਂ ਉੱਥੇ ਆ ਗਈ ਨਾ। ਔਰ ਸਰਕਾਰ ਜਿਹੜੀ ਆ ਉਹ ਟਸ ਤੋਂ ਮਸ ਨਹੀਂ ਹੋਈ। ਤੁਸੀਂ ਦੇਖੋ ਭਈ ਹੁਣੇ ਹੀ ਹਾਲੇ 26 ਮਈ ਨੂੰ ਆਪਾਂ 6 ਮਹੀਨੇ ਅੰਦੋਲਨ ਦੇ ਜਿਹੜੇ ਆ ਉਹ ਪੂਰੇ ਕਰਕੇ ਹਟੇ ਆ, ਉਹਨੂੰ ਕਾਲਾ ਦਿਵਸ ਵਜੋਂ ਮਨਾਇਆ ਗਿਆ 26 ਮਈ ਨੂੰ। ਪਰ ਮੈਨੂੰ ਲੱਗਦਾ ਵੀ ਜੇ ਸਰਕਾਰ ਇਸ ਗਲਤਫਹਿਮੀ 'ਚ ਆ ਵੀ ਕਿਸਾਨ ਇੱਥੇ ਜਿੰਨਾ ਚਿਰ ਮਰਜ਼ੀ ਬੈਠੇ ਰਹਿਣ ਤੇ ਅਸੀਂ ਜਿਹੜਾ ਆ ਕਾਨੂੰਨ ਰੱਦ ਨਹੀਂ ਕਰ ਰਹੇ ਤੇ ਘਰਾਂ ਨੂੰ ਚਲੇ ਜਾਣਗੇ, ਮੈਨੂੰ ਲੱਗਦਾ ਇੱਦਾਂ ਨਹੀਂ ਹੋਣਾ। ਨਵੇਂ ਸਿਰੇ ਤੋਂ ਹੋਰ ਲਾਮਬੰਦੀ ਹੋ ਰਹੀ ਆ। ਕਿਸਾਨ ਧਿਰਾਂ, ਕਿਰਤੀ, ਮਿਹਨਤਕਸ਼ ਦਿੱਲੀ ਵੱਲ ਨੂੰ ਅੱਜ ਕੱਲ੍ਹ ਫਿਰ ਵਹੀਰਾਂ ਘੱਤ ਰਹੇ ਆ, ਰੌਣਕਾਂ ਲੱਗ ਰਹੀਆਂ ਦਿੱਲੀ ਦੇ ਜੀ ਬਿਲਕੁਲ ਬਾਰਡਰਾਂ ਦੇ ਉੱਤੇ। ਤਾਂ ਇਸ ਕਰਕੇ ਜਿਹੜਾ ਨਰਿੰਦਰ ਤੋਮਰ ਹੋਰਾਂ ਦਾ ਬਿਆਨ ਆ ਨਾ, ਭਈ ਗੱਲਬਾਤ ਲਈ ਦਰ ਖੁੱਲ੍ਹੇ ਆ,
ਪਰ ਕਾਨੂੰਨ ਰੱਦ ਨਹੀਂ ਹੋਣੇ, ਇਹਨੇ ਬਲਕਿ ਕਿਸਾਨ ਧਿਰਾਂ 'ਚ ਅੰਦੋਲਨਕਾਰੀਆਂ ਦੇ ਮਨਾਂ 'ਚ ਭੜਕਾਹਟ ਪੈਦਾ ਕੀਤੀ ਆ ਔਰ ਉਹਨੂੰ ਚੰਗੀ ਤਰ੍ਹਾਂ ਨਹੀਂ ਲਿਆ ਗਿਆ। ਕੱਲ ਤੋਂ ਇਸੇ ਗੱਲ ਦੀ ਮੁੱਖ ਚਰਚਾ ਹੈਗੀ ਆ, ਤਾਂ ਦੇਖੀਏ ਆਉਣ ਵਾਲੇ ਸਮੇਂ 'ਚ ਕੀ ਹੁੰਦਾ। ਕਿਸੇ ਵੀ ਦੇਸ਼ ਦਾ ਭਵਿੱਖ ਉੱਥੋਂ ਦੀ ਨੌਜਵਾਨ ਪੀੜ੍ਹੀ ਹੁੰਦੀ ਹੈ ਜਾਂ ਉਹ ਅਧਿਆਪਕ ਹੁੰਦੇ ਨੇ ਜਿਹੜੇ ਆਉਣ ਵਾਲੀ ਪੀੜ੍ਹੀ ਨੂੰ ਪੜ੍ਹਾ ਲਿਖਾ ਕੇ ਤਿਆਰ ਕਰਦੇ ਨੇ ਦੇਸ਼ ਨੂੰ ਚਲਾਉਣ ਦੇ ਲਈ। ਜੀ ਬੱਚੇ ਇੰਨਾ ਪੜ੍ਹ ਕੇ ਕੱਚੇ ਨੇ, ਫਿਰ ਵਿਦੇਸ਼ਾਂ ਦਾ ਰੁਖ ਕਰਨਾ ਲਾਜ਼ਮੀ ਹੈ। ਤੇ ਹੁਣੇ ਹੀ ਤਾਜ਼ਾ ਖਬਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦੇ ਬਾਹਰ ਘੜੀਸ ਕੇ ਆਪਣੇ ਹੱਕ ਦੇ ਲਈ ਲੜਨਗੇ ਬੇਰੁਜ਼ਗਾਰਾਂ ਨੂੰ ਕੁੱਟਿਆ ਗਿਆ, ਧੱਕ ਕੇ ਬੱਸਾਂ 'ਚ ਸਿੱਟਿਆ ਗਿਆ। ਦੇਖੋ, ਬੜੀ ਤਰਸਯੋਗ ਹਾਲਤ ਵਿੱਚ ਇਸ ਵੇਲੇ ਪੰਜਾਬ ਦੀ ਨੌਜਵਾਨੀ ਹੈ। ਪੜ੍ਹੇ ਲਿਖੇ ਬੱਚੇ ਰੋਜ਼ਗਾਰ ਮੰਗਦੇ ਨੇ। ਅਧਿਆਪਕ ਕਹਿੰਦੇ ਹੁੰਦੇ ਕੌਮ ਦਾ ਨਿਰਮਾਤਾ ਆ। ਜਿਹੋ ਜਿਹੀ ਸਿੱਖਿਆ ਬੱਚਿਆਂ ਨੂੰ ਸਕੂਲਾਂ 'ਚ ਮਿਲੇਗੀ ਜੀ, ਉਹ ਬੱਚੇ ਕੱਲ੍ਹ ਨੂੰ ਉਹੋ ਜਿਹੇ ਇਨਸਾਨ ਬਣਨਗੇ। ਅਤੇ ਜਿਹੜੇ ਕੌਮ ਦੇ ਨਿਰਮਾਤਾ ਹੁੰਦੇ ਆ ਉਹਨਾਂ ਨਾਲ ਇਹ ਸਲੂਕ ਕਰਦੀ ਆ ਸਰਕਾਰ, ਤਾਂ ਫਿਰ ਤਾਂ ਇਸ ਸਰਕਾਰ ਨੂੰ ਸਵੈ ਮੰਥਨ ਦੀ ਲੋੜ ਹੈ ਵੀ ਅਸੀਂ ਕੀ ਕਰ ਰਹੇ ਹਾਂ। ਕੱਲ੍ਹ ਜਿਵੇਂ ਨੌਜਵਾਨ ਬੱਚੀਆਂ ਨਾਲ ਖਿੱਚ-ਤੂ ਹੋਈ ਆ ਜੀ, ਕਈ ਅਖਬਾਰਾਂ ਨੇ ਫੋਟੋ ਲਾਈ ਆ ਵੀ ਇੱਕ ਔਰਤ ਨੂੰ, ਜਿਹੜੀ ਅਧਿਆਪਕ ਹੈ ਬੇਰੁਜ਼ਗਾਰ, ਉਹਨੂੰ ਕਿੱਦਾਂ ਇੱਕ ਨੇ ਸਿਰ ਵਾਲੇ ਪਾਸਿਓਂ ਚੁੱਕਿਆ ਆ, ਪੁਲਿਸ ਦੀਆਂ ਜਿਹੜੀਆਂ ਲੇਡੀ ਪੁਲਿਸ ਵਾਲੇ ਆ, ਅਤੇ ਇੱਕ ਨੇ ਲੱਤਾਂ ਵਾਲੇ ਪਾਸਿਓਂ ਚੁੱਕ ਕੇ ਉਹਨੂੰ ਬੱਸ ਸੁੱਟਿਆ ਜਾ ਰਿਹਾ। ETT ਟੈਟ ਪਾਸ ਅਧਿਆਪਕ, B.Ed ਪਾਸ, DPEs, PTIs, ਉਹ ਸਾਰੇ ਬੇਰੁਜ਼ਗਾਰ ਤੁਰੇ ਫਿਰਦੇ ਨੇ ਜੀ। ਔਰ ਮੋਤੀ ਮਹਿਲ ਦਾ ਕੱਲ੍ਹ ਘਿਰਾਓ ਵੀ ਇਸੇ ਕਰਕੇ ਸੀ ਵੀ ਸਾਨੂੰ ਨੌਕਰੀਆਂ ਦਿੱਤੀਆਂ ਜਾਣ, ਪੱਕੀਆਂ ਨੌਕਰੀਆਂ ਦਿੱਤੀਆਂ ਜਾਣ। ਔਰ ਜਦੋਂ ਤੋਂ ਜਿਹੜਾ ਰਾਜੇ ਦੀ ਸਰਕਾਰ ਆਈ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ, ਉਦੋਂ ਤੇ ਅਧਿਆਪਕ ਸੜਕਾਂ 'ਤੇ ਆ। ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਣਾ ਵੀ 2 ਜਣੇ ਟੈਂਕੀ 'ਤੇ ਚੜੇ ਬੈਠੇ ਹੈਗੇ ਬੇਰੁਜ਼ਗਾਰ, ਠੀਕ ਹੈ, ਜਿਨ੍ਹਾਂ 'ਚੋਂ ਇੱਕ ਬਿਮਾਰ ਵੀ ਹੋ ਗਿਆ ਸੀ। ਔਰ ਕਿੰਨੀ ਵਾਰੀ ਜਿਹੜਾ ਆ ਪੁਲਿਸ ਨੇ ਬੇਰੁਜ਼ਗਾਰ ਅਧਿਆਪਕਾਂ ਨੂੰ ਕੁੱਟਿਆ। ਘੱਟ ਅਕਾਲੀ ਭਾਜਪਾ ਸਰਕਾਰ ਵਾਲੀ ਵੀ ਨਹੀਂ ਸੀ, ਉਦੋਂ ਵੀ ਇਹ ਕੁਛ ਹੁੰਦਾ ਰਿਹਾ। ਤੁਸੀਂ ਮਲੂਕੇ ਹੋਰਾਂ ਨੂੰ ਥੱਪੜ ਮਾਰਦੇ ਦੇਖਿਆ ਸੀ ਇੱਕ ਬੇਰੁਜ਼ਗਾਰ ਅਧਿਆਪਕ ਬੱਚੀ ਦੇ। ਸੋ ਕਹਿੰਦੇ ਹੁੰਦੇ ਆ ਵੀ, ਪਤਾ ਨਹੀਂ, ਮੈਨੂੰ ਇੱਦਾਂ ਸਦਾ ਲੱਗਦਾ ਰਿਹਾ ਵੀ ਜਦੋਂ ਜਿਹੜਾ ਟ੍ਰੇਡ ਯੂਨੀਅਨ ਅਤੇ ਅਧਿਆਪਕ ਵਰਗ ਦੇ ਨਾਲ ਸਰਕਾਰਾਂ ਉਲਝਦੀਆਂ ਨਾ, ਚਾਹੇ ਉਹ ਨੌਕਰੀ ਵਾਲੇ ਅਧਿਆਪਕ ਹੋਣ ਅਤੇ ਚਾਹੇ ਬੇਰੁਜ਼ਗਾਰ ਅਧਿਆਪਕ, ਅਤੇ ਉਹ ਸਰਕਾਰਾਂ ਉਹਨਾਂ ਦੀ ਮੈਂ ਕਦੀ ਖੈਰ ਹੁੰਦੀ ਨਹੀਂ ਦੇਖੀ। ਉਹ ਆਮ ਤੌਰ 'ਤੇ ਬਦਲਦੀਆਂ ਹੀ ਦੇਖੀਆਂ ਹੈਗੀਆਂ। ਸੋ ਜਿਵੇਂ ਹੁਣ ਅਧਿਆਪਕਾਂ ਦੇ ਨਾਲ ਜਿਹੜਾ ਪੁਲਿਸ ਦਾ ਰਵੱਈਆ ਆ, ਵਿਵਹਾਰ ਆ, ਨੌਕਰੀਆਂ ਦੇ ਨਹੀਂ ਰਹੀ, ਉਲਟਾ ਉਹਨਾਂ 'ਤੇ ਡਾਂਗਾਂ ਫੇਰ ਰਹੀ ਆ। ਔਰ ਫਿਰ ਖਿੱਚ-ਤੂ ਕਰਕੇ, ਲਾਠੀ ਚਾਰਜ ਕਰਕੇ ਉਹਨਾਂ ਨੂੰ ਥਾਣੇ ਡੱਕਿਆ, ਕੁਛ ਘੰਟਿਆਂ ਬਾਅਦ ਰਿਹਾ ਵੀ ਕਰ ਦਿੱਤੇ। ਤਾਂ ਇਹ ਪਹਿਲੀ ਗੱਲ ਤਾਂ ਇਹ ਕੋਈ ਚੰਗਾ ਵਰਤਾਰਾ ਨਹੀਂ। ਦੂਸਰੀ ਗੱਲ, ਸਰਕਾਰ ਆਪਣੀ ਅਰਥੀ 'ਚ ਆਪੇ ਹੀ ਕਿੱਲ ਠੋਕ ਰਹੀ ਹੈਗੀ ਆ, ਠੀਕ ਹੈ। ਤਾਂ ਇਸ ਕਰਕੇ ਵਰੁਣ ਜੀ, ਜਿਹੜਾ ਸਮਾਂ ਆ ਨਾ, ਉਹ ਕਦੀ ਹਾਕਮਾਂ ਨੂੰ ਮਾਫ ਨਹੀਂ ਕਰਦਾ ਹੁੰਦਾ ਜੀ। ਦੇਰ ਸਵੇਰ ਉਹਨਾਂ ਨੂੰ ਆਪਣੇ ਕੀਤੇ ਦੀ ਸਜ਼ਾ ਮਿਲਦੀ ਹੁੰਦੀ ਹੈ ਜੀ। ਨਰਿੰਦਰ ਸਿੰਘ ਸੱਤੀ ਜੀ, ਆਪਾਂ ਗੱਲਬਾਤ ਇੱਦਾਂ ਹੀ ਜਾਰੀ ਰੱਖਾਂਗੇ, ਖਬਰਾਂ ਦੇ ਉੱਤੇ ਚਰਚਾ ਇਵੇਂ ਜਾਰੀ ਰਹੇਗੀ, ਪਰ ਆਪਾਂ ਇੱਕ ਪਹਿਲਾਂ ਬ੍ਰੇਕ ਲੈ ਲਈਏ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ। ਸਿਰਫ ਪੰਜਾਬ ਮੇਲ USA ਚੈਨਲ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਦੇਖ ਰਹੇ ਹੋ ਪ੍ਰੋਗਰਾਮ ਖਬਰ ਜੰਕਸ਼ਨ। ਸਾਡੇ ਨਾਲ ਬਣੇ ਹੋਏ ਨੇ ਨਰਿੰਦਰ ਸਿੰਘ ਸੱਤੀ ਜੀ। ਖਬਰਾਂ ਦੇ ਉੱਤੇ ਚੱਲ ਰਹੀ ਹੈ ਚਰਚਾ। ਅਧਿਆਪਕਾਂ ਦੀ ਗੱਲ ਤਾਂ ਆਪਾਂ ਕਰ ਲਈ ਜੀ, ਕੈਪਟਨ ਅਮਰਿੰਦਰ ਸਿੰਘ ਹੁਣਾਂ ਦਾ ਕਾਂਗਰਸ 'ਚ ਕੀ ਕੁਛ ਹੋ ਰਿਹਾ ਇਹ ਵੀ ਗੱਲ ਕਰ ਲਈ। ਹੁਣ ਅਗਲੀ ਜਿਹੜੀ ਖਬਰ ਹੈ, ਗੱਲ ਹੈ, ਉਹ ਇਹ ਹੈ ਕਿ ਕੁਝ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਨਿਤਰੇ ਨੇ। ਕੈਪਟਨ 2022 ਦੀ ਕੰਪੇਨ ਸ਼ੁਰੂ ਕਰ ਦਿੱਤੀ ਹੈ। ਕਿ ਇਹ ਸਾਰੀਆਂ ਜਿਹੜੀਆਂ ਕੰਪੇਨਸ ਨੇ ਜਾਂ ਜਿਹੜੀਆਂ ਗੱਲਾਂ ਨੇ, ਇਹ ਲੋਕਾਂ ਦੇ ਦਿਮਾਗ 'ਤੇ ਤੁਹਾਨੂੰ ਲੱਗਦਾ ਹੈ ਕਿ ਕੋਈ ਅਸਰ ਕਰੂਗੀਆਂ, ਜਾਂ ਲੋਕਾਂ ਨੇ ਤਾਂ ਨਤੀਜੇ ਹੀ ਦੇਖਣੇ ਕੀ ਨਿਕਲੇ 5 ਸਾਲ 'ਚ? ਦੇਖੋ, ਜਿਵੇਂ ਜਿਹੜਾ ਹੈਗਾ ਨਾ, ਜਿਵੇਂ ਕੱਲ੍ਹ ਰਵਨੀਤ ਬਿੱਟੂ ਹੋਰੀ ਵੀ ਮਿਲੇ ਨੇ, ਹੋਰ ਆਗੂ ਵੀ ਮਿਲੇ ਹੈ,
ਜਿਵੇਂ ਤੁਸੀਂ ਕਿਹਾ ਭਈ ਕਈ ਜਣੇ ਉਹਦੇ ਹੱਕ 'ਚ ਕੈਪਟਨ ਦੇ ਨਿਤਰੇ ਆ, ਇੱਦਾਂ ਤਾਂ ਦੇਖੋ ਹੱਕ 'ਚ ਵੀ ਨੇ ਲੋਕ, ਵਿਰੋਧ 'ਚ ਵੀ ਆ। ਸਾਧੂ ਸਿੰਘ ਧਰਮਸੋਤ ਵਰਗੇ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਰਗੇ ਵੱਡੇ ਹਮੈਤੀ ਆ ਕੈਪਟਨ ਦੇ, ਠੀਕ ਹੈ। ਪਰ ਲੋਕ ਜਿਹੜੇ ਆ ਨਾ ਉਹ ਕਾਰਗੁਜ਼ਾਰੀ ਦੇਖਦੇ ਹੁੰਦੇ ਵੀ ਕੀਤਾ ਕੀ ਆ। ਲੋਕਾਂ ਨੂੰ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਦਾ ਪਤਾ, ਕਾਟੋ ਕਲੇਸ਼ ਦਾ ਪਤਾ। ਲੋਕ ਇੰਨੀ ਕੁ ਗੱਲ ਹੁਣ ਸਮਝਦੇ ਆ, ਚਾਹੇ ਉਹ ਪੜ੍ਹਿਆ ਲਿਖਿਆ ਵਰਗ ਹੋਵੇ ਤੇ ਚਾਹੇ ਲੇਮੈਨ ਹੋਣ, ਆਮ ਲੋਕ ਹੋਣ, ਭਈ ਇਹ ਸਾਰਾ ਕੁਝ ਪ੍ਰੋਜੈਕਟਡ ਹੁੰਦਾ। ਮਸਲਨ ਸ਼ਹਿਰਾਂ 'ਚ ਤੁਸੀਂ ਦੇਖੋ, ਦੂਰ ਦਰਾਡੇ ਦੇ ਪੰਜਾਬ ਦੇ 'ਚ ਲੁਧਿਆਣਾ ਹੀ ਦੇਖ ਲਓ, ਆਪਾਂ ਉਹਨੂੰ ਦੂਸਰਾ ਜਿਹੜਾ ਮੈਨਚੈਸਟਰ ਕਹਿੰਦੇ ਆ, ਭਈ ਸਨਅਤੀ ਸ਼ਹਿਰ ਆਪਣਾ, ਲੁਧਿਆਣੇ ਦੀ ਗੱਲ ਕਰਦੇ ਆਪਾਂ, ਭਈ ਲੁਧਿਆਣੇ ਦੇ ਵਿੱਚ ਕੱਲ ਪੋਸਟਰ ਲੱਗੇ ਵੀ ਕੈਪਟਨ ਨੇ ਕਿਤੇ ਨਹੀਂ ਜਾਣਾ, ਕੁਛ ਇਸ ਆਸ਼ੇ ਦੇ ਪੋਸਟਰ ਵੀ ਕੈਪਟਨ ਇੱਥੇ ਹੀ ਰਹੂਗਾ, ਕੈਪਟਨ ਅਸਲੀ ਕੈਪਟਨ ਆ, ਕੈਪਟਨ ਨੇ ਕਿਤੇ ਨਹੀਂ ਜਾਣਾ। ਇਸ ਤਰ੍ਹਾਂ ਹੋਰ ਸ਼ਹਿਰਾਂ ਦੇ ਵਿੱਚ ਲੱਗੇ ਆ। ਕੀ ਆਮ ਲੋਕ ਸਮਝਦੇ ਨਹੀਂ ਵੀ ਇਹ ਸਾਰੀ ਪ੍ਰੋਜੈਕਸ਼ਨ ਆ? ਕਾਂਗਰਸ 'ਚ ਜਿਹੜੇ ਕੈਪਟਨ ਦੇ ਹਮੈਤੀ ਆ ਉਹਨਾਂ ਤੋਂ ਹੁਣ ਇੱਕ ਖਰਚ ਕਰਵਾਇਆ ਜਾ ਰਿਹਾ ਹੋਰਡਿੰਗਸ ਦੇ ਬੋਰਡਾਂ ਦੇ ਉੱਤੇ। ਸੋ ਜਿਵੇਂ ਤੁਸੀਂ ਕਿਹਾ ਵੀ ਲੋਕਾਂ ਨੇ ਕੰਮ ਦੇਖਣੇ ਆ, ਕੀਤਾ ਕੀ ਆ। ਕਹਿੰਦੇ ਆ ਵੀ ਐਕਸ਼ਨ ਸਪੀਕਸ ਲਾਊਡਰ ਦੈਨ ਵਰਡਸ। ਵੀ ਤੁਹਾਡਾ ਕੰਮ ਬੋਲਦਾ, ਕਹਿੰਦੇ ਆਪਾਂ ਨਾ ਵੀ ਭਾਈ ਕੰਮ ਬੋਲਣਾ, ਤੁਸੀਂ ਜਿੰਨਾ ਮਰਜ਼ੀ ਰੌਲਾ ਪਾਵੋ, ਜਿਹੜੀ ਗੱਲ ਤੁਸੀਂ ਲੋਕਾਂ ਨੂੰ ਕਰਕੇ ਵਿਖਾਓਗੇ ਨਾ, ਲੋਕਾਂ ਨੇ ਉਹ ਮੰਨਣੀ ਹੁੰਦੀ ਆ, ਠੀਕ ਹੈ। ਸੋ ਕਾਂਗਰਸ ਦੀ ਕਾਰਗੁਜ਼ਾਰੀ ਬਾਰੇ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਵੀ ਚਾਹੇ ਉਹ ਬਰਗਾੜੀ ਕਾਂਡ ਸੀ, ਚਾਹੇ ਉਹ ਨਸ਼ਿਆਂ ਦਾ ਮੁੱਦਾ ਸੀ, ਚਾਹੇ ਉਹ ਬੇਰੁਜ਼ਗਾਰੀ ਸੀ, ਘਰ ਘਰ ਰੋਜ਼ਗਾਰ, ਉਹ ਰੋਜ਼ਗਾਰ ਕਿੱਥੇ ਹੈ? ਉਹ ਰੋਜ਼ਗਾਰ ਦਾ ਜਿਹੜਾ ਵਾਅਦਾ ਸੀ ਉਹ ਲਾਰਾ ਬਣ ਕੇ ਰਹਿ ਗਿਆ। ਇਸੇ ਤਰ੍ਹਾਂ ਬੱਚਿਆਂ ਨੂੰ ਟੈਬ ਦੇਣ ਦਾ ਹੁਣ ਪਿੱਛੇ ਜਿਹਾ ਥੋੜ੍ਹਾ ਜਿਹਾ ਡਰਾਮਾ ਕਰ ਵੀ ਦਿੱਤਾ ਟੈਬ ਦੇਣ ਦਾ, ਠੀਕ ਹੈ। ਪਰ ਜਿਹੜੇ ਪਿੰਡਾਂ 'ਚ ਦੇ ਬੱਚੇ ਆਪਣੀ ਫੀਸ ਨਹੀਂ ਦੇ ਸਕਦੇ, ਉਹ ਔਨਲਾਈਨ ਕਿੱਥੋਂ ਪੜ੍ਹ ਲੈਣਗੇ? ਕਿੱਥੋਂ ਉਹ ਟੈਬ ਲਿਆਉਣਗੇ? ਕਿੱਥੋਂ ਉਹ ਚੰਗੀ ਕੁਆਲਿਟੀ ਦੇ ਮੋਬਾਈਲ ਲਿਆਉਣਗੇ, ਸੈੱਲਫੋਨ ਲਿਆਉਣਗੇ? ਸੋ ਜਿਹੜੀ ਬੇਰੁਜ਼ਗਾਰੀ ਹੈ, ਸਾਰਾ ਕੁਛ ਤਾਂ ਉੱਥੇ ਦਾ ਉੱਥੇ ਖੜਾ ਹੈਗਾ। ਬਰਗਾੜੀ ਮੁੱਦਾ ਮੁੱਖ ਸੀ, ਉਹ ਉੱਥੇ ਦਾ ਉੱਥੇ ਖੜਾ। ਹਾਲਾਂਕਿ ਸਾਰੇ ਲੋਕਾਂ ਲਈ ਧਰਮ ਮੁੱਦਾ ਨਹੀਂ, ਪਰ ਜਿਨ੍ਹਾਂ ਲੋਕਾਂ ਲਈ ਧਰਮ ਮੁੱਦਾ ਆ, ਜਿਹਦੇ ਅਨੁਸਾਰ ਮਨੁੱਖ ਆਪਣੀ ਜੀਵਨ ਜਾਂਚ 'ਚ ਬਹੁਤੇ ਜਿਹੜੇ ਜਿਉਂਦੇ ਨੇ, ਧਰਮ ਦੇ ਅਨਸਾਰੀ ਲੋਕ ਆ, ਉਹਨਾਂ ਲਈ ਤਾਂ ਧਰਮ ਵੱਡੀ ਗੱਲ ਆ ਨਾ। ਸੋ ਸਾਰਾ ਕੁਛ ਜਿਹੜਾ ਆ ਉਹ ਉੱਥੇ ਦਾ ਉੱਥੇ ਹੀ ਖੜਾ ਆ, ਜਿੱਥੋਂ 5 ਸਾਲ ਪਹਿਲਾਂ, ਤਕਰੀਬਨ 5 ਸਾਲ ਪਹਿਲਾਂ ਲਾ ਲਓ, ਰਾਜਾ ਸਾਹਿਬ ਨੇ ਸ਼ੁਰੂ ਕੀਤਾ ਸੀ। ਸਾਲ ਭਰ ਹੁਣ ਆਪਣੇ ਫਾਰਮ ਹਾਊਸਿਸ ਤੋਂ ਬਾਹਰ ਨਹੀਂ ਆਏ ਜੀ। ਇਹ ਵੀ ਲੋਕਾਂ ਨੂੰ ਗਿਲਾ ਆ, ਆਪਣੇ MLA ਮੰਤਰੀਆਂ ਨੂੰ ਤਾਂ ਮਿਲਦੇ ਨਹੀਂ ਉਹ, ਤੇ ਲੋਕਾਂ 'ਚ ਉਹ ਕੀ ਲੈ ਕੇ ਜਾਣਗੇ, ਕੀ ਦੱਸਣਗੇ ਲੋਕਾਂ ਨੂੰ? ਬਿਲਕੁਲ। ਸੋ ਕੱਲ ਤਾਜ਼ੀ ਜਿਹੜੀ ਆਪਾਂ ਹੁਣੀ ਗੱਲ ਕਰਕੇ ਹਟੇ, ਬੇਰੁਜ਼ਗਾਰ ਅਧਿਆਪਕਾਂ ਦੇ ਡਾਂਗ ਫੇਰ ਕੇ ਹਟਿਆ, ਠੀਕ ਹੈ। ਕਿਸਾਨਾਂ ਦਾ ਮੁੱਦਾ ਉੱਥੇ ਖੜਾ। ਸੋ ਇਹ ਤਾਂ ਹੁਣ ਬਰਨ ਜੀ ਆਉਣ ਵਾਲਾ ਸਮਾਂ ਦੱਸੇਗਾ। ਫਰਵਰੀ ਮਾਰਚ ਵਿੱਚ ਕੋਈ ਬਹੁਤੀ ਦੇਰ ਨਹੀਂ ਗੀ, 22 'ਚ ਤਾਂ ਚੋਣਾਂ ਆ ਰਹੀਆਂ, ਸਿਰ 'ਤੇ ਨੇ, ਠੀਕ ਹੈ। ਉਹਦੇ ਲਈ ਸਾਰੀਆਂ ਪਾਰਟੀਆਂ ਕਮਰ ਕੱਸਦੀਆਂ ਹੁੰਦੀਆਂ, ਕੱਸ ਰਹੀਆਂ ਨੇ, ਕੈਪਟਨ ਸਰਕਾਰ ਵੀ ਕੱਸ ਰਹੀ ਆ ਜੀ। ਸੋ ਇਹ ਸਮਾਂ ਦੱਸੇਗਾ ਵੀ ਊਠ ਕਿਸ ਕਰਵਟ ਬੈਠਦਾ ਤੇ ਲੋਕ ਕਿਹਨੂੰ ਕਿਹੜੀ ਗੱਲ ਦੀ ਸਜ਼ਾ ਦਿੰਦੇ। ਇਹ ਤਾਂ ਹੋਏ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਪੋਸਟਰ, ਤੇ ਉਧਰ ਵਿਰੋਧ ਵਿੱਚ ਲੱਗੇ ਸਨੀ ਦਿਓਲ ਹੋਣਾ ਦੇ। ਇਹ ਦੂਜੀ ਤੀਜੀ ਵਾਰੀ ਚਾਂਸ ਹੋ ਗਿਆ ਕਿ ਸਨੀ ਦਿਓਲ ਦੀਆਂ ਗੁੰਮਸ਼ੁਦਾ ਦੀਆਂ ਤਸਵੀਰਾਂ ਪਿੰਡ ਵਿੱਚ ਲਾਈਆਂ ਜਾ ਰਹੀਆਂ ਨੇ ਤੇ ਲੋਕਾਂ ਵਿੱਚ ਬਹੁਤ ਵੱਡੇ ਪੱਧਰ ਦੀ ਨਿਰਾਸ਼ਾ ਤੇ ਨਾਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ। ਦੇਖੋ, ਕਦੀ ਸੁਖਬੰਸ ਕੌਰ ਭਿੰਡਰ 5 ਵਾਰ MP ਬਣੀ ਸੀ ਗੁਰਦਾਸਪੁਰ ਤੋਂ, ਜਿਹਨਾਂ ਨੂੰ ਆਪਾਂ ਕਹਿੰਦੇ ਨਾ ਧੜੱਲੇਦਾਰ ਆਗੂ, ਧੜੱਲੇਦਾਰ ਆਗੂ ਸੀ, ਲੋਕਾਂ ਦੇ ਦੁੱਖ ਸੁੱਖ 'ਚ ਸ਼ਾਮਲ ਹੁੰਦੀ ਸੀ, ਕਾਂਗਰਸ ਦੀ ਹੀ ਸੀ। ਉਹਨਾਂ ਦੇ ਹਸਬੈਂਡ ਪ੍ਰੀਤਮ ਸਿੰਘ ਭਿੰਡਰ ਹੋਰੀ IPS ਆਫੀਸਰ ਸੀ, DGP ਪੰਜਾਬ ਵੀ ਰਹੇ ਆ, ਇੱਕ ਵਾਰ ਉਹ ਵੀ MP ਬਣੇ। ਪਰ ਜਦੋਂ ਤੋਂ ਭਾਜਪਾ ਆ ਗਈ, ਚਾਹੇ ਉਹ ਵਿਨੋਦ ਖੰਨਾ ਹੋਰੀ ਹੋਣ, ਉਹ ਵੀ ਇੱਕ ਤੋਂ ਵੱਧ ਵਾਰ MP ਬਣੇ ਨੇ, ਚਾਹੇ ਹੁਣ ਸਨੀ ਦਿਓਲ ਹੈ, ਇਹ ਹੀਰੋ ਜਿਹੜੇ ਆ ਪਰਦੇ ਦੇ ਹੀਰੋ ਨੇ, ਲੋਕਾਂ ਦੇ ਹੀਰੋ ਨੇ। ਜਿਹੜਾ ਹੀਰੋ ਹੀਰੋਇਨਾਂ ਨੂੰ ਦੇਖਣ ਦਾ ਕਰੇਜ਼ ਹੁੰਦਾ ਨਾ, ਥੋੜੇ ਕੁ ਸਮੇਂ ਦਾ ਕਰੇਜ਼ ਹੁੰਦਾ, ਮੁੜ ਕੇ ਫਿਰ ਉਹੀ ਗੱਲ ਵੀ ਕੰਮ ਬੋਲਣੇ ਹੁੰਦੇ ਆ। ਲੋਕਾਂ ਦੇ ਦੁੱਖ ਸੁੱਖ ਦੇ ਕਿੰਨੇ ਕੁ ਭਿਆਲ ਆ, ਲੋਕਾਂ ਨੂੰ ਕਿੰਨਾ ਕੁ ਸਮਾਂ ਦਿੱਤਾ, ਠੀਕ ਹੈ। ਸਨੀ ਦਿਓਲ ਆਪਣਾ ਜਿਮ ਦਾ ਸਮਾਨ ਤਾਂ ਨਾਲ ਚੱਕੀ ਫਿਰਦਾ ਸੀਗਾ, ਪਰ ਹੁਣ ਕਿੰਨਾ ਚਿਰ MP ਬਣੇ ਨੂੰ ਹੋ ਗਿਆ, ਉਸ ਤੋਂ ਬਾਅਦ ਉਹ ਲੋਕਾਂ ਦੇ ਦੁੱਖ ਸੁੱਖ 'ਚ ਕਿੰਨਾ ਸ਼ਾਮਲ ਹੋਇਆ, ਕੀ ਉਹਨੇ ਵਿਕਾਸ ਦੇ ਕਾਰਜ ਕਰਵਾਏ ਆ, ਅੱਜ ਤੱਕ ਕਰਵਾਇਆ ਕੀ ਆਪਣੇ? ਲੋਕਾਂ 'ਚ ਇਹ ਵੀ ਬੜਾ ਰੋਸ਼ ਹੈ ਨਾ ਕਿ ਕਦੇ ਉਹਨਾਂ ਨੇ ਕਿਸਾਨਾਂ ਦੇ ਹੱਕ 'ਚ ਬਿਆਨ ਨਹੀਂ ਦਿੱਤਾ, ਤੇ ਕਿਸਾਨਾਂ ਦੇ ਹੱਕ 'ਚ ਹਾਂ ਦਾ ਨਾਰਾ ਨਹੀਂ ਮਾਰਿਆ, ਠੀਕ ਆ। ਉਲਟਾ ਮੋਦੀ ਸਰਕਾਰ ਦੀ ਹਮਾਇਤ ਕੀਤੀ ਆ। ਸੋ
ਜੇ ਪੋਸਟਰ ਲੱਗੇ ਆ ਨਾ ਵੀ ਭਾਈ ਸਨੀ ਦਿਓਲ ਕਿੱਥੇ ਆ, ਤਾਂ ਉਹ ਲੋਕਾਂ ਦੇ ਗੁੱਸੇ ਦਾ ਪ੍ਰਤੀਕ ਆ, ਲੋਕਾਂ ਦੇ ਗੁੱਸੇ ਦਾ ਪ੍ਰਗਟਾਵਾ ਹੀ ਉਹ ਪੋਸਟਰ ਹੈਗੇ ਨੇ। ਜੀ ਬਿਲਕੁਲ। ਤਾਂ ਕੱਲ ਨੂੰ ਜਦੋਂ ਸਨੀ ਦਿਓਲ ਵੀ ਲੋਕਾਂ 'ਚ ਵਿਚਰਨਗੇ, ਵੋਟਾਂ ਮੰਗਣ ਜਾਣਗੇ, ਤਾਂ ਲੋਕ ਫਿਰ ਹਿਸਾਬ ਪੁੱਛਦੇ ਆ। ਗੱਲ ਕਰਦੇ ਆ ਟਵਿੱਟਰ ਦੀ। ਜੀ ਬਹੁਤ ਸਾਰੀਆਂ ਹਸਤੀਆਂ ਇਦਾਂ ਦੀਆਂ ਨੇ, ਚਾਹੇ ਪੰਜਾਬ ਦੀ ਗੱਲ ਕਰੀਏ, ਭਾਰਤ ਦੀ ਗੱਲ ਕਰੀਏ, ਜਾਂ ਭਾਰਤ ਤੋਂ ਬਾਹਰ ਅਮਰੀਕਾ, ਕੈਨੇਡਾ, ਕਿਸੇ ਦੀ ਵੀ ਜਗ੍ਹਾ ਦੀ ਗੱਲ ਕਰੀਏ, ਜੀ ਜਿੱਥੇ ਕੋਈ ਮਾੜੀ ਜੀ ਗੜਬੜੀ ਕੋਈ ਸੈਲੀਬ੍ਰਿਟੀ ਕਰਦਾ ਹੈ, ਟਵਿੱਟਰ ਵੱਲੋਂ ਉਸ ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ ਜਾਂ ਕੁਝ ਸਮੇਂ ਦੇ ਲਈ ਰੋਕ ਲਗਾ ਦਿੱਤੀ ਜਾਂਦੀ ਹੈ। ਕਈਆਂ ਦਾ ਅਸਥਾਈ ਤੌਰ ਤੇ ਟਵਿੱਟਰ ਨੂੰ ਬੰਦ ਕਰ ਦੇਣਾ। ਜੀ ਹੁਣ ਜੈਜ਼ੀ ਬੀ ਹੋਣੀ ਵੀ, ਜਿਨ੍ਹਾਂ ਨੂੰ ਆਪਾਂ ਜੈਜ਼ੀ ਬੈਂਸ ਕਹਿੰਦੇ ਆ, ਉਹ ਵੀ ਇਸ ਕਤਾਰ 'ਚ ਸ਼ਾਮਲ ਹੋ ਗਏ ਨੇ। ਜੈਜੀ ਬੈਂਸ ਹੋਰੀ ਇਸ ਕਰਕੇ ਉਹਨਾਂ ਨੇ ਬਿਆਨ ਦਿੱਤਾ ਵੀ ਟਵਿੱਟਰ ਦਾ ਮੇਰਾ ਅਕਾਊਂਟ ਇਸ ਕਰਕੇ ਬੰਦ ਕੀਤਾ ਵੀ ਇਹ ਉਹਨਾਂ ਦੇ ਮਾਪਦੰਡਾਂ ਤੇ ਖਰੀਆਂ ਨਹੀਂ ਉਤਰਦੀਆਂ ਮੇਰੀਆਂ ਪੋਸਟਾਂ। ਪੋਸਟ ਕੀ ਹੈ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਕੀਤੀ ਆ, ਔਰ ਤੁਸੀਂ ਦੇਖੋ ਵੀ ਉਹਨਾਂ ਨੇ ਇਹ ਵੀ ਕਿਹਾ ਵੀ ਮੈਂ ਕਿਸਾਨ ਦਾ ਪੁੱਤ ਹਾਂ ਤੇ ਮੈਂ ਕਿਸਾਨਾਂ ਦੇ ਹੱਕ 'ਚ ਆਵਾਜ਼ ਹਮੇਸ਼ਾ ਹੀ ਬੁਲੰਦ ਕਰਦਾ ਰਹੂੰਗਾ ਤੇ ਮੈਨੂੰ ਟਵਿੱਟਰ ਦੇ ਅਕਾਊਂਟ ਦੀ ਪਰਵਾਹ ਨਹੀਂ, ਬੰਦ ਕਰਨ ਚਾਹੇ ਖੋਲ੍ਹਣ। ਸੋ ਟਵਿੱਟਰ 'ਤੇ ਵੀ ਤੁਹਾਨੂੰ ਪਤਾ ਵੀ ਸਰਕਾਰ ਦਾ ਦਬਾਅ ਆ। ਟਵਿੱਟਰ ਨੇ ਮੰਨਿਆ ਹੈਗਾ ਵੀ ਮੈਂ ਕੰਪਲਾਇੰਸ ਅਸੀਂ ਕਰਾਂਗੇ ਜੋ ਗਵਰਨਮੈਂਟ ਦੀਆਂ ਗਾਈਡਲਾਈਨਸ ਨੇ, ਸੋ ਉਹਦੇ ਤਹਿਤ ਹੀ ਇਹ ਬੰਦ ਹੋਇਆ ਹੈਗਾ। ਹੋਰ ਕੋਈ ਵਜ੍ਹਾ ਮੈਨੂੰ ਨਹੀਂ ਲੱਗਦੀ ਹੈਗੀ। ਜੀ ਬਿਲਕੁਲ। ਤੇ ਅਗਲੀ ਖਬਰ, ਹਨੀਪ੍ਰੀਤ ਹੋਣਾ ਦਾ ਜਿਹੜਾ ਕਾਰਡ ਐਂਟਰੀ ਪਾਸ ਕਹਿ ਲਈਏ ਉਹਨੂੰ, ਜਾਂ ਕੀ ਕਹਿ ਲਈਏ ਸੀ, ਜਿਹੜਾ ਉਹਨਾਂ ਨੇ ਜਾਣਾ ਸੀ ਰਾਮ ਰਹੀਮ ਹੋਣਾ ਨੂੰ ਮਿਲਣ ਦੇ ਲਈ, ਹਸਪੀਟਲ ਵਾਲਿਆਂ ਨੇ ਰੱਦ ਕਰ ਦਿੱਤਾ। ਜੀ ਮੈਨੂੰ ਉਦੋਂ ਪਤਾ ਨਹੀਂ ਵੀ ਵਰੁਣ ਜੀ ਤੁਸੀਂ ਹਨੀਪ੍ਰੀਤ ਦੀ ਗੱਲ ਕਰਦੇ ਆ ਖੁਸ਼ ਬਹੁਤ ਹੁੰਦੇ ਹੋ। ਖੈਰ ਖੁਸ਼ ਤਾਂ ਬੰਦੇ ਨੂੰ ਰਹਿਣਾ ਚਾਹੀਦਾ। ਭਈ ਹਨੀਪ੍ਰੀਤ ਦਾ ਅਟੈਂਡੈਂਟ ਕਾਰਡ ਬਣਾ ਕੇ ਦਿੱਤਾ ਸੀ, ਮੂੰਹ ਬੋਲੀ ਧੀ ਹੈ, ਇੱਕ ਉਹਨਾਂ ਦੇ ਭਰਾ ਦਾ ਹਨੀਪ੍ਰੀਤ ਦਾ ਤੇ ਸ਼ਾਇਦ ਇੱਕ ਹੋਰ ਦਾ। ਤੇ ਗੱਲ ਇੰਨੀ ਕੁ ਸੀਗੀ ਭਈ ਜਿਹੜਾ ਆ ਐਤਵਾਰ ਨੂੰ ਉਹ ਆਉਂਦੇ ਆ ਵੀ ਕਰੋਨਾ ਕਰਕੇ, ਸੋਮਵਾਰ ਨੂੰ ਜਿਹੜਾ ਟੈਸਟ ਆ ਉਹ ਨੈਗੇਟਿਵ ਆ ਜਾਂਦਾ ਤੇ ਚਲੋ ਉਹਨਾਂ ਨੂੰ ਉੱਥੇ ਆਰਾਮ ਤਾਂ ਕਰਵਾਉਣਗੇ, ਪਰ ਨਾਲ ਲੱਗਦਾ ਹੀ ਗੁਰੂ ਗ੍ਰਾਮ ਮੈਦਾਂਤਾ ਹਸਪੀਟਲ ਨੇ ਉਹਦਾ ਅਟੈਂਡੈਂਟ ਦਾ ਕਾਰਡ ਜਿਹੜਾ ਉਹ ਰੱਦ ਕਰ ਦਿੱਤਾ, ਕਿਉਂਕਿ ਸਨਾਰੀਆ ਜੇਲ੍ਹ ਆ ਜਿਹੜੀ ਰੋਹਤਕ ਦੀ, ਉਹਦੀਆਂ ਅਥਾਰਟੀਜ਼ ਨੇ ਇਤਰਾਜ਼ ਕੀਤਾ ਸੀ ਹਨੀਪ੍ਰੀਤ ਦਾ ਉੱਥੇ ਮਿਲਣ ਜਾਣ 'ਚ। ਤਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਇਹ ਲੋਕ ਕਿਸੇ ਨਾ ਕਿਸੇ ਤਰ੍ਹਾਂ ਜੁਗਾੜ ਕਰ ਲੈਂਦੇ ਆ, ਇਹਨਾਂ ਲਈ ਕਾਨੂੰਨ ਵੀ ਜਿਹੜੇ ਆ ਉਹ ਥੋੜ੍ਹੇ ਢੈਲੇ ਪੈ ਜਾਂਦੇ ਆ। ਢੈਲੇ ਕੀ ਬਦਲੇ ਹੀ ਜਾਂਦੇ ਆ ਇਹਨਾਂ ਲੋਕਾਂ ਲਈ ਕਾਨੂੰਨ। ਤਾਂ ਦੂਸਰਾ ਇਹ ਆ ਭਈ ਹੁਣ ਹਾਲ ਦੀ ਘੜੀ ਉਹਦੇ ਕੋਲ ਜਾ ਨਹੀਂ ਸਕੇਗੀ ਰਾਮ ਰਹੀਮ ਹੋਰਾਂ ਕੋਲ, ਤੇ ਕਿਉਂਕਿ ਉਹਦਾ ਕਾਰਡ ਹੀ ਹਸਪੀਟਲ ਅਥਾਰਟੀਜ਼ ਵੱਲੋਂ ਰੱਦ ਕਰ ਦਿੱਤਾ ਗਿਆ। ਤਕਨੀਕੀ ਖਰਾਬੀ ਦੀ ਗੱਲ ਕਰਦੇ ਹਾਂ। ਤਕਨੀਕੀ ਖਰਾਬੀ ਦੇ ਕਾਰਨ ਬਹੁਤ ਸਾਰੀਆਂ ਵੈਬਸਾਈਟਸ ਨੇ ਜਿਹੜੀਆਂ ਨਿਊਜ਼ ਦੀਆਂ, ਉਹ ਖਰਾਬ ਰਹੀਆਂ। ਕੀ ਕਹੋਗੇ? ਉਹ ਤਾਂ ਦੇਖੋ ਤਕਨੀਕੀ ਖਰਾਬੀ ਤਾਂ ਕਿਤੇ ਵੀ ਪੈ ਸਕਦੀ ਆ। ਦਫ਼ਤਰਾਂ ਸਰਵਰ ਡਾਊਨ ਹੋ ਜਾਂਦੇ, ਬਿਲਕੁਲ, ਬੈਂਕਾਂ 'ਚ ਲਾਈਨਾਂ ਲੱਗੀਆਂ ਰਹਿ ਜਾਂਦੀਆਂ, ਬਿੱਲ ਦੇਣ ਜਾਓ ਸਰਵਰ ਡਾਊਨ ਹੋ ਗਿਆ ਜੀ। ਅੱਛਾ, ਇੱਥੇ ਤੁਹਾਨੂੰ ਲੱਗਦਾ ਨਹੀਂ ਉਹ ਕਾਗਜ਼ਾਂ ਵਾਲਾ ਹੀ ਜ਼ਮਾਨਾ ਠੀਕ ਸੀ? ਤੁਸੀਂ ਦੇਖੋ ਅਖਬਾਰ 'ਚ ਜੇ ਰਾਤ ਨੂੰ ਸਰਵਰ ਡਾਊਨ ਹੋ ਜਾਵੇ ਤਾਂ ਸਫੇ ਜਿਹੜੇ ਆ ਉਹ ਫਾਈਨਲ ਨਹੀਂ ਹੁੰਦੇ, ਪੇਜੇ ਜਿਹੜੇ ਆ ਤਾਂ ਛਪਾਈ ਰੁਕ ਜਾਂਦੀ ਆ, ਮਸ਼ੀਨਾਂ ਖੜੀਆਂ ਹੋ ਜਾਂਦੀਆਂ ਵੀ ਸਰਵਰ ਡਾਊਨ ਪਿਆ ਜੀ, ਫਿਰ ਬੈਠੇ ਰਹੋ ਹੱਥ ਤੇ ਹੱਥ ਧਰ ਕੇ ਅੜੀਕੋ ਵੀ ਕਦੋਂ ਸਰਵਰ ਜਿਹੜਾ। ਸੋ ਦੇਖੋ ਜਿਹੜਾ ਟੈਕਨੀਕਲ ਕੁਛ ਵੀ ਆ, ਮਸ਼ੀਨਰੀ ਆ, ਉਹਦੇ ਵਿੱਚ ਕਿਤੇ ਨੁਕਸ ਪੈ ਸਕਦਾ, ਸੌਫਟਵੇਅਰ ਆ ਕਿਤੇ ਵੀ ਕੋਈ ਖਰਾਬੀ ਆ ਸਕਦੀ ਆ। ਸੋ ਇਸੇ ਤਰ੍ਹਾਂ ਜਿਹੜੀਆਂ ਕੱਲ੍ਹ ਵੈਬਸਾਈਟਸ ਆ ਦੁਨੀਆ ਭਰ ਦੀਆਂ, ਕਿਹੜੀ ਅਖਬਾਰ ਦਾ ਨਾਂ ਲਵਾਂ, ਚਾਹੇ ਉਹ ਨਿਊਯਾਰਕ ਟਾਈਮਸ ਸੀ, ਵਾਸ਼ਿੰਗਟਨ ਪੋਸਟ ਸੀ, ਚਾਹੇ ਉਹ ਮਿਰਰ ਸੀ ਇੰਗਲੈਂਡ ਦੇ ਵਿੱਚ, ਚਾਹੇ ਉਹ ਜੰਗ ਹੈ ਆਪਣੇ ਪਾਕਿਸਤਾਨ ਦੇ ਵਿੱਚ, ਬਹੁਤ ਸਾਰੇ ਜਿਹੜੇ ਮੀਡੀਆ ਹਾਊਸਿਸ ਆ ਅਤੇ ਖਾਸ ਕਰਕੇ ਹੌਸਪੀਟੈਲਿਟੀ ਇੰਡਸਟਰੀ ਨਾਲ ਜੁੜੇ ਹੋਏ ਜਿਹੜੇ ਇੰਸਟੀਚਿਊਟਸ ਆ, ਉਹਨਾਂ ਦੀਆਂ ਵੈਬਸਾਈਟਸ ਕੱਲ੍ਹ ਕੁਛ ਅਰਸੇ ਲਈ ਬੰਦ ਰਹੀਆਂ। ਜੀ, ਸੁਰਜੀਤ ਸਿੰਘ ਬਰਨਾਲਾ ਹੁਣਾਂ ਦੇ ਘਰ ਇੱਕ ਭਾਜਪਾ ਆਗੂ ਨੂੰ ਘੇਰ ਲਿਆ ਗਿਆ, ਔਰ ਇਹ ਮੈਨੂੰ ਲੱਗਦਾ ਹੁਣ ਆਮ ਖਬਰ ਹੋ ਗਈ ਹੈ ਕਿ ਭਾਜਪਾ ਆਗੂ ਨੂੰ ਘੇਰ ਲਿਆ ਗਿਆ। ਇਹ ਭਾਜਪਾ ਆਗੂ ਹੋਏ ਵੀ ਨਹੀਂ ਜਾਣੋ ਹਟਦੇ। ਦੇਖੋ ਭਾਜਪਾ ਆਗੂਆਂ ਦੀ ਵੀ ਮਜਬੂਰੀ ਆ, ਚਾਹੇ ਉਹ ਵਿਜੇ ਸਾਂਪਲਾ ਹੋਰੀ ਹੋਣ। ਪਿਛਲੇ ਦਿਨੀ ਤੁਹਾਨੂੰ ਪਤਾ ਵੀ ਮਾਨਸਾ ਦੇ ਇੱਕ ਪਿੰਡ ਦੇ ਵਿੱਚ ਨਹੀਂ ਦਾਖਲ ਹੋਣ ਦਿੱਤਾ ਲੋਕਾਂ ਨੇ, ਬਲਕਿ ਮਾਨਸਾ ਸ਼ਹਿਰ ਦੇ ਵਿੱਚ ਵੀ ਨਹੀਂ ਵੜਨ ਦਿੱਤਾ। ਹੁਣ ਇੱਕ SHO ਨੂੰ ਮੁਅੱਤਲ ਕੀਤਾ ਗਿਆ ਭਈ ਉਹ ਜਿਹੜਾ ਰਾਮ ਰੌਲਾ ਉੱਥੇ ਪਿਆ, ਤਾਂ ਇਸ ਸਿਲਸਿਲੇ ਦੇ ਵਿੱਚ ਭਈ ਜਿਹੜੀ ਇਹਨਾਂ ਨੂੰ ਐਂਟਰੀ ਨਹੀਂ ਦਿੱਤੀ ਉਸ ਪਿੰਡ 'ਚ, ਕਿਤੇ ਕੋਈ ਧੱਕਾ ਹੋਇਆ ਸੀ, ਉਹਦੀ ਸੁਣਵਾਈ ਲਈ ਗਏ ਸੀ। ਇਸੇ ਤਰ੍ਹਾਂ ਸੋਮ ਪ੍ਰਕਾਸ਼ ਹੁਣੀ ਜਿਹੜੇ ਫਗਵਾੜੇ ਵਾਲੇ MP ਆ ਹੁਸ਼ਿਆਰਪੁਰੋਂ, ਹੋਰ ਆਗੂ ਨੇ ਚਾਹੇ ਰਜੇਸ਼ ਬਾਘਾ ਹੋਰੀ ਹੋਣ,
ਪੰਜਾਬ ਦੇ ਮੀਤ ਪ੍ਰਧਾਨ ਆ ਭਾਜਪਾ ਦੇ, ਜਿਹੜੇ ਐਸਸੀ ਕਮਿਸ਼ਨ ਦੇ ਪੰਜਾਬ ਦੇ ਚੇਅਰਮੈਨ ਵੀ ਰਹੇ ਆ, ਪੜ੍ਹਿਆ ਲਿਖਿਆ ਆਗੂ ਆ, ਪਰ ਲੋਕ ਵਿਰੋਧ ਕਰ ਰਹੇ ਆ। ਕਿਤੇ ਕਿਤੇ ਇਸ ਵਿਰੋਧ ਦੇ ਸਤੇ ਹੋਏ, ਜਿਵੇਂ ਅਨਿਲ ਜੋਸ਼ੀ ਨੇ ਅੰਮ੍ਰਿਤਸਰ ਤੋਂ, ਉਹਨਾਂ ਨੇ ਪਿਛਲੇ ਦਿਨੀ ਕਿਸਾਨਾਂ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਸੀ। ਉਹ ਕਹਿੰਦੇ ਠੀਕ ਹੈ, ਸਾਡੀ ਨੈਸ਼ਨਲ ਪਾਰਟੀ ਆ, ਸਾਡੀ ਕੇਂਦਰ ਦੇ ਵਿੱਚ ਹਕੂਮਤ ਆ, ਪਰ ਆਪਾਂ ਪੰਜਾਬੀ ਆ ਯਾਰ, ਵੀ ਸਾਨੂੰ ਪੰਜਾਬੀਆਂ ਦੇ ਹੱਕ 'ਚ ਹਾਂ ਦਾ ਨਾਰਾ ਮਾਰਨਾ ਚਾਹੀਦਾ। ਤੁਸੀਂ ਦੇਖੋ ਵੀ ਕਿਸਾਨ ਅੰਦੋਲਨ ਦੇ, ਮਿਹਨਤਕਸ਼ਾਂ ਦੇ ਅੰਦੋਲਨ ਦੇ ਇਕੱਲੇ ਜਿਹੜਾ ਕਿਸਾਨ ਹੀ ਤਾਂ ਹਮੈਤੀ ਨਹੀਂ, ਉਹ 'ਚ ਆਮ ਤਰ੍ਹਾਂ ਜਿਹੜੀਆਂ, ਚਾਹੇ ਉਹ ਸ਼ਹਿਰ ਦੇ ਲਾਲੇ ਕਹੀਏ ਆਪਾਂ, ਦੁਕਾਨਦਾਰ ਆ, ਆਮ ਲੋਕ ਆ, ਉਹ ਵੀ ਉਹਨਾਂ ਹੀ ਜਾਣੀ ਕਿ ਅੰਦੋਲਨ ਦੀ ਹਮਾਇਤ ਕਰ ਰਹੇ ਆ। ਕਿਉਂਕਿ ਜੇ ਕਿਸਾਨਾਂ ਦਾ ਗਲ ਘੁੱਟ ਹੋਇਆ ਤਾਂ ਉਹ ਸਾਰੇ ਲੋਕਾਂ ਦਾ ਹੀ ਗਲ ਘੁੱਟਿਆ ਜਾਣਾ ਹੈਗਾ। ਤੇ ਅਨਿਲ ਜੋਸ਼ੀ ਹੁਣੀ ਕਿਹਾ ਸੀਗਾ ਵੀ ਸਾਨੂੰ ਪੰਜਾਬ ਦੇ ਤੇ ਦੇਸ਼ ਦੇ ਕਿਸਾਨਾਂ ਦੇ ਹੱਕ ਵਿੱਚ ਖੜੇ ਹੋਣਾ ਚਾਹੀਦਾ। ਬਿਲਕੁਲ। ਸੋ ਜਿਹੜੇ ਤਾਂ ਭਾਜਪਾ ਆਗੂ ਸਿਆਣੇ ਆ, ਉਹ ਲੋਕਾਂ ਵੱਲ ਨੂੰ, ਲੋਕਾਈ ਵੱਲ ਨੂੰ, ਅੰਦੋਲਨ ਦੀ ਹਮਾਇਤ ਵੱਲ ਨੂੰ ਮੁੜ ਰਹੇ ਆ। ਪਰ ਹਾਲੇ ਵੀ ਹਰਜੀਤ ਗਰੇਵਾਲ ਵਰਗੇ ਆ ਜਿਹੜੇ ਸਰਕਾਰ ਦੇ ਧੁੱਤੂ ਬਣੇ ਫਿਰਦੇ ਆ। ਆਪਣੇ ਪਿੰਡ ਦੇ ਲੋਕਾਂ ਨੇ ਤਾਂ ਬਾਈਕਾਟ ਕੀਤਾ ਹੋਇਆ। ਬਿਲਕੁਲ ਬਿਲਕੁਲ ਠੀਕ ਆ, ਪਿੰਡ ਦੇ ਲੋਕ ਉਹਨੂੰ ਵੰਡ ਨਹੀਂ ਦਿੰਦੇ, ਮੂੰਹ ਨਹੀਂ ਲਾਉਂਦੇ, ਔਰ ਉਹਦੀ ਕੋਈ ਜ਼ਮੀਨ ਪਿੱਛੇ ਠੇਕੇ ਤੇ ਲੈਣ ਨੂੰ ਤਿਆਰ ਨਹੀਂ ਸੀਗਾ। ਤਾਂ ਅਨਿਲ ਜੋਸ਼ੀ ਵਰਗੇ ਹਾਂ ਦਾ ਨਾਰਾ ਵੀ ਮਾਰ ਰਹੇ ਆ। ਕੱਲ ਕੀ ਗੱਲ ਹੋਈ ਪਈ, ਉੱਥੇ ਗੁਰਤੇਜ ਢਿੱਲੋਂ ਨੇ, ਭਾਜਪਾ ਦੇ ਆਗੂ ਆ ਜ਼ਿਲ੍ਹਾ ਸੰਗਰੂਰ ਦੇ, ਉਹ ਕਿਤੇ ਇੱਕ ਥਾਂ ਤੋਂ ਦੂਸਰੀ ਥਾਂ ਜਾਂਦਿਆਂ ਉਹ ਕਹਿੰਦੇ ਵੀ ਮੇਰਾ ਤਾਂ ਰਿਸ਼ਤੇਦਾਰੀ ਹੈਗੀ ਆ, ਸਰਜੀਤ ਕੌਰ ਬਰਨਾਲਾ ਮੇਰੇ ਭੂਆ ਜੀ ਨੇ, ਤਾਂ ਉਹ ਬਰਨਾਲੇ ਹੋਰਾਂ ਦੇ ਘਰ ਰੁਕ ਗਏ ਤੇ ਕਿਸਾਨਾਂ ਨੂੰ ਭਿਣਕ ਲੱਗੀ, ਉੱਥੇ ਘੇਰਾ ਪਾ ਲਿਆ। ਫਿਰ ਪੁਲਿਸ ਵੀ ਆ ਗਈ ਔਰ ਵਿਰੋਧ ਨੂੰ ਦੇਖਦਿਆਂ ਕੋਠੀ ਦੇ ਪਿਛਲੇ ਦਰਵਾਜ਼ੇ ਰਾਹੀਂ, ਪਿਛਲੇ ਗੇਟ ਰਾਹੀਂ ਉਹਨੂੰ ਪੁਲਿਸ ਨੇ ਭਜਾਇਆ। ਇਹ ਹਾਲ ਹੈ ਭਾਜਪਾ ਦੇ ਆਗੂਆਂ ਦਾ ਪੰਜਾਬ ਦੇ ਵਿੱਚ। ਸੋ ਬਿਲਕੁਲ ਹੀ ਉਹਨਾਂ ਕੋਲ ਕੋਈ ਸਿਆਸੀ ਜ਼ਮੀਨ ਉਹਨਾਂ ਦੇ ਪੈਰਾਂ ਹੇਠ ਨਹੀਂ ਰਹੀ। ਤੇ ਇਹ ਕੱਲ ਜਿਹੜਾ ਆਮ ਵਰਤਾਰਾ ਚੱਲ ਰਿਹਾ ਉਹਦਾ ਇੱਕ ਹੋਰ ਹਿੱਸਾ ਸੀ। ਬਿਲਕੁਲ, ਤੁਸੀਂ ਪ੍ਰੋਗਰਾਮ 'ਚ ਆਏ ਆ, ਬਹੁਤ ਸਾਰੀ ਜਾਣਕਾਰੀ ਦਿੱਤੀ, ਗੱਲਬਾਤ ਕੀਤੀ, ਆਪਾਂ ਖਬਰਾਂ ਦੇ ਉੱਤੇ ਚਰਚਾ ਕੀਤੀ, ਬੜੀ ਜਾਣਕਾਰੀ ਹਾਸਲ ਹੋਈ। ਤੁਹਾਡਾ ਨਰਿੰਦਰ ਸਿੰਘ ਸੱਤੀ ਜੀ ਪ੍ਰੋਗਰਾਮ 'ਚ ਆਉਣ ਦੇ ਲਈ ਇੱਕ ਵਾਰੀ ਫਿਰ ਤੋਂ ਬਹੁਤ-ਬਹੁਤ ਸ਼ੁਕਰੀਆ ਜੀ। ਜੀ। ਪੰਜਾਬ ਮੇਲ USA TV ਸਾਡਾ YouTube ਚੈਨਲ, ਉਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਦੀ ਆਗਿਆ। ਸਤਿ ਸ਼੍ਰੀ ਅਕਾਲ।